ਆਪਾਂ ਇਲੈਕਟ੍ਰੋਸਟੈਟਿਕਸ ਦਾ ਕੰਟੀਨਿਊਅਸ ਐਂਡ ਡਿਸਕ੍ਰੀਟ ਡਿਸਟ੍ਰੀਬਿਊਸ਼ਨ ਆਫ ਚਾਰਜ ਬਾਰੇ ਪੜ੍ਹਨਾ। ਡਿਸਕ੍ਰੀਟ ਮੀਨਸ ਹੁੰਦਾ ਅਲੱਗ। ਆਪਾਂ ਪੜ੍ਹਿਆ ਕੂਲਮਸ ਲਾਅ, ਪ੍ਰਿੰਸੀਪਲ ਆਫ ਸੁਪਰਪੋਜੀਸ਼ਨ। ਜੋ ਇਹ ਦੋਨੋਂ ਟੌਪਿਕਸ ਪੜ੍ਹੇ ਸੀ ਆਪਾਂ ਡਿਸਕ੍ਰੀਟ ਡਿਸਟ੍ਰੀਬਿਊਸ਼ਨ ਆਫ ਚਾਰਜ ਨੂੰ ਪੁਆਇੰਟ ਆਫ ਵਿਊ ਤੋਂ ਪੜ੍ਹੇ ਸੀ। ਡਿਸਕ੍ਰੀਟ ਮੀਨਸ ਆਪਾਂ ਦੋ ਅਲੱਗ-ਅਲੱਗ ਚਾਰਜਿਸ ਲੈ ਲੈਂਦੇ ਸੀ, ਉਹਨਾਂ ਦੇ ਵਿੱਚ ਅਸੀਂ ਫੋਰਸ ਕੈਲਕੂਲੇਟ ਕਰਦੇ ਸੀ, ਠੀਕ ਹੈ। ਜਾਂ ਅਸੀਂ ਡਿਸਕ੍ਰੀਟ ਡਿਸਟ੍ਰੀਬਿਊਸ਼ਨ ਆਫ ਚਾਰਜ ਨੂੰ ਅਸੀਂ ਇਹ ਵੀ ਬੋਲ ਸਕਦੇ ਹਾਂ ਕਿ ਅਸੀਂ ਇਹਨਾਂ ਵਿੱਚ ਮਾਈਕਰੋਸਕੋਪਿਕ ਲੈਵਲ ਸਟੱਡੀ ਕਰਦੇ ਸੀ। ਮਾਈਕਰੋਸਕੋਪਿਕ ਲੈਵਲ ਸਟੱਡੀ ਤੋਂ ਮੀਨਿੰਗ ਹੈ ਕਿ ਅਸੀਂ ਕੋਈ ਸਪੋਜ਼ ਜਾਂ ਸੋਲਿਡ ਸਰਫੇਸ ਲੈ ਲਈ, ਇਹਦੇ ਅੰਦਰ ਬਹੁਤ ਸਾਰੇ ਚਾਰਜਿਸ ਡਿਸਟਰੀਬਿਊਟ ਹੋਏ ਹੋਏ ਆ। ਅਗਰ ਅਸੀਂ ਇਹਨੂੰ ਮਾਈਕਰੋਸਕੋਪ ਦੇ ਵਿੱਚ ਵੇਖਾਂਗੇ ਤਾਂ ਸਾਰੇ ਦੇ ਸਾਰੇ ਚਾਰਜਿਸ ਸਾਨੂੰ ਅਲੱਗ-ਅਲੱਗ ਦਿਖਾਈ ਦੇਣਗੇ ਅਤੇ ਇਹਨਾਂ ਦੇ ਵਿੱਚ ਜੋ ਫੋਰਸ ਹੋਏਗੀ, ਇਹਨਾਂ ਦੇ ਵਿੱਚ ਕੁਛ ਡਿਸਟੈਂਸ ਹੋਏਗਾ ਔਰ ਜੋ ਡਿਸਟੈਂਸ ਹੋਏਗਾ ਉਸ ਤੋਂ ਬਾਅਦ ਇਹਨਾਂ ਚਾਰਜਿਸ ਵਿੱਚ ਅਸੀਂ ਫੋਰਸ ਨੂੰ ਕੈਲਕੂਲੇਟ ਕਰਦੇ ਹਾਂ। ਤਾਂ ਕੂਲਮਸ ਲਾਅ, ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਅਸੀਂ ਇਸ ਬੇਸਿਸ 'ਤੇ ਪੜ੍ਹੇ ਸੀ। ਤਾਂ ਜੋ ਇਹ ਸਾਨੂੰ ਅਲੱਗ-ਅਲੱਗ ਚਾਰਜ ਪਾਰਟੀਕਲਸ ਦਿਖਦੇ ਆ, ਇਹ ਹੈਗੇ ਆ ਡਿਸਕ੍ਰੀਟ ਡਿਸਟ੍ਰੀਬਿਊਸ਼ਨ ਆਫ ਚਾਰਜ। ਬਟ ਅਗਰ ਇਹੀ ਵਾਲੀ ਸੋਲਿਡ ਆਬਜੈਕਟ ਨੂੰ ਅਸੀਂ ਦੂਰ ਤੋਂ ਦੇਖਾਂਗੇ ਤਾਂ ਸਾਨੂੰ ਕੀ ਦਿਖੇਗਾ ਕਿ ਇਹਦੇ ਵਿੱਚ ਬਹੁਤ ਸਾਰੇ ਚਾਰਜ ਪਾਰਟੀਕਲਸ ਆ ਜਿਹੜੇ ਉਹ ਇਕੱਠੇ ਪਏ ਹੋਏ ਆ, ਤਾਂ ਉਹਨੂੰ ਅਸੀਂ ਕੀ ਕੰਸੀਡਰ ਕਰਾਂਗੇ, ਕੰਟੀਨਿਊਅਸ ਡਿਸਟ੍ਰੀਬਿਊਸ਼ਨ ਆਫ ਚਾਰਜ। ਇਹਦੇ ਵਿੱਚ ਅਸੀਂ ਇੱਕ ਇਹ ਵੀ ਦੇਖ ਸਕਦੇ ਹਾਂ ਕਿ ਅਗਰ ਅਸੀਂ ਇੱਕ ਟੈਕਸੀ ਸਟੈਂਡ ਦੇਖਾਂਗੇ ਤਾਂ ਉਹਦੇ ਵਿੱਚ ਸਾਡੇ ਕੋਲ ਕੀ ਆ, ਬਹੁਤ ਸਾਰੀਆਂ ਇੱਥੇ ਕਾਰ ਖੜੀਆਂ ਹੋਣਗੀਆਂ ਇੱਦਾਂ ਸੀਕੁਐਂਸ, ਤਾਂ ਅਸੀਂ ਇਹਨੂੰ ਕਾਊਂਟ ਵੀ ਕਰ ਸਕਦੇ ਹਾਂ ਕਿ ਇੱਕ ਲਾਈਨ ਦੇ ਵਿੱਚ 5 ਕਾਰਾਂ, ਦੂਸਰੀ 'ਚ 5 ਕਾਰਾਂ। ਤਾਂ ਇਹ ਅਸੀਂ ਬਹੁਤ ਜ਼ਿਆਦਾ ਨੇੜੇ ਹੋਵਾਂਗੇ ਤਾਂ ਹੀ ਅਸੀਂ ਸਟੱਡੀ ਕਰ ਸਕਦੇ ਹਾਂ ਇਸ ਚੀਜ਼ ਬਾਰੇ। ਤਾਂ ਇਹ ਹੋਗੀ ਸਾਡੇ ਕੋਲ ਡਿਸਕ੍ਰੀਟ। ਬਟ ਅਗਰ ਅਸੀਂ ਦੂਰ ਤੋਂ ਦੇਖਾਂਗੇ, ਅਸੀਂ ਕਹਾਂਗੇ ਉੱਥੇ ਬਹੁਤ ਸਾਰੀਆਂ ਕਾਰ ਖੜੀਆਂ ਹੋਈਆਂ, ਤਾਂ ਉਹ ਕੀ ਹੋ ਗਿਆ, ਕੰਟੀਨਿਊਅਸ ਡਿਸਟ੍ਰੀਬਿਊਸ਼ਨ। ਤਾਂ ਅਗਰ ਮੈਂ ਬੋਲਦਾ ਕਿ ਇੱਕ ਸੋਲਿਡ ਸਰਫੇਸ ਵਿੱਚੋਂ ਸੇਮ ਚੀਜ਼ ਅਸੀਂ ਲਗਾ ਸਕਦੇ ਹਾਂ ਚਾਰਜ ਵਿੱਚ। ਸੋਲਿਡ ਸਰਫੇਸ ਉਹਦੇ ਵਿੱਚੋਂ ਇੱਕ ਇਲੈਕਟ੍ਰੋਨ ਟਰਾਂਸਫਰ ਹੋਇਆ ਦੂਸਰੀ ਸਰਫੇਸ ਦੇ ਵਿੱਚ, ਤਾਂ ਇਸ ਟਰਾਂਸਫਰ ਆਫ 1 ਇਲੈਕਟ੍ਰੋਨ ਨੂੰ ਅਸੀਂ ਕਹਾਂਗੇ 1.6 × 10⁻⁻19 ਕੂਲਮ ਚਾਰਜ ਆ ਜੋ ਉਹ ਟਰਾਂਸਫਰ ਹੋ ਗਿਆ। ਤਾਂ ਇਸ ਚੀਜ਼ ਨੂੰ ਇੱਕ ਇਲੈਕਟ੍ਰੋਨ ਟਰਾਂਸਫਰ ਹੋਇਆ ਤਾਂ ਇਹਨੂੰ ਵੀ ਅਸੀਂ ਕਿਹਦੇ ਵਿੱਚ ਕੰਸੀਡਰ ਕਰਾਂਗੇ, ਡਿਸਕ੍ਰੀਟ ਡਿਸਟ੍ਰੀਬਿਊਸ਼ਨ ਦੇ ਵਿੱਚ। ਜਦੋਂ ਵੀ ਅਸੀਂ ਡਿਸਟ੍ਰੀਬਿਊਸ਼ਨ ਆਫ ਚਾਰਜ ਦੀ ਗੱਲ ਕਰਦੇ ਹਾਂ ਤਾਂ ਅਸੀਂ ਚਾਰਜ ਡੈਂਸਿਟੀਜ਼ ਦੀ ਗੱਲ ਕਰਦੇ ਹਾਂ। ਤਾਂ ਚਾਰਜ ਡੈਂਸਿਟੀਜ਼ ਅੱਗੋਂ ਕੀ ਆ, ਲੀਨੀਅਰ ਚਾਰਜ ਡੈਂਸਿਟੀ, ਸਰਫੇਸ ਚਾਰਜ ਡੈਂਸਿਟੀ ਐਂਡ ਵੋਲਿਊਮ ਚਾਰਜ ਡੈਂਸਿਟੀ। ਚਾਰਜ ਡੈਂਸਿਟੀਜ਼ ਹੁੰਦੀਆਂ ਕੀ ਆ, ਚਾਰਜ ਪਰ ਯੂਨਿਟ ਡਾਇਮੈਂਸ਼ਨਸ, ਜਾਂ ਅਸੀਂ ਬੋਲ ਸਕਦੇ ਹਾਂ ਕਿ ਆਹ ਵਾਲ ਕੋਈ ਵੀ ਚਾਰਜ ਡੈਂਸਿਟੀਜ਼ ਮੀਨਸ ਚਾਰਜ ਪਰ ਯੂਨਿਟ ਡਾਇਮੈਂਸ਼ਨਸ। ਡਾਇਮੈਂਸ਼ਨ ਦੇ ਅੰਦਰ ਆਉਂਦੀਆਂ ਲੀਨੀਅਰ, ਸਰਫੇਸ ਔਰ ਵੋਲਿਊਮ ਚਾਰਜ। ਹੁਣ ਜੋ ਲੀਨੀਅਰ ਚਾਰਜ ਆ ਅਸੀਂ ਇਹਦੇ ਵਿੱਚ ਅਸੀਂ ਇਹਨੂੰ ਕੀ ਦੇਖਦੇ ਹਾਂ, 1 ਡਾਇਮੈਂਸ਼ਨ ਡਿਸਟ੍ਰੀਬਿਊਸ਼ਨ ਮੀਨਸ ਇੱਕ ਸਟ੍ਰੇਟ ਲਾਈਨ ਦੇ ਵਿੱਚ ਜੋ ਡਿਸਟ੍ਰੀਬਿਊਸ਼ਨ ਹੋਈ ਆ, ਠੀਕ ਹੈ, ਉਹ ਲਾਈਨ ਕਰਵਡ ਹੋ ਸਕਦੀ ਆ। ਜਾਂ ਫਿਰ ਜਦੋਂ ਸੈਕਿੰਡਲੀ ਅਸੀਂ ਗੱਲ ਕਰਦੇ ਹਾਂ ਸਰਫੇਸ ਚਾਰਜ ਡਿਸਟ੍ਰੀਬਿਊਸ਼ਨ ਦੇ ਵਿੱਚ ਅਸੀਂ 2 ਡਾਇਮੈਂਸ਼ਨਸ ਦੀ ਗੱਲ ਕਰਦੇ ਹਾਂ। 2 ਡਾਇਮੈਂਸ਼ਨਸ ਤੋਂ ਮਤਲਬ ਅਸੀਂ ਕੋਈ ਸਰਫੇਸ ਐਵੇਂ ਦੀ ਲੈ ਲੈਂਦੇ ਹਾਂ, ਲਾਈਕ ਆਹ ਸਰਫੇਸ ਲੈ ਲਈ, ਇਹਦੇ ਵਿੱਚ ਅਸੀਂ ਚਾਰਜ ਕਿਵੇਂ ਡਿਸਟ੍ਰੀਬਿਊਟ ਹੋਇਆ ਉਹਦੀ ਗੱਲ ਕਰਾਂਗੇ ਤਾਂ ਉਹ ਸਰਫੇਸ ਚਾਰਜ ਡੈਂਸਿਟੀ ਹੋਏਗੀ। ਵੋਲਿਊਮ ਚਾਰਜ ਦੇ ਵਿੱਚ ਅਸੀਂ ਵੋਲਿਊਮ ਕੈਲਕੂਲੇਟ ਕਰਾਂਗੇ। ਅਸੀਂ ਮੋਸਟਲੀ 3 ਡਾਇਮੈਂਸ਼ਨਲ ਸਰਫੇਸਿਸ ਦਾ ਹੀ ਕੱਢ ਸਕਦੇ ਹੁੰਦੇ ਹਾਂ ਵੋਲਿਊਮ। ਅਗਰ ਅਸੀਂ ਚਾਰਜ ਡੈਂਸਿਟੀ ਵਿੱਚ 1 ਡਾਇਮੈਂਸ਼ਨ ਦੀ ਗੱਲ ਕਰਾਂਗੇ ਤਾਂ ਉਹਨੂੰ ਅਸੀਂ ਕਹਾਂਗੇ ਲੀਨੀਅਰ ਚਾਰਜ ਡੈਂਸਿਟੀ। ਅਗਰ 2 ਡਾਇਮੈਂਸ਼ਨਸ ਦੀ ਗੱਲ ਕਰਾਂਗੇ ਦੈਨ ਉਹ ਸਰਫੇਸ ਚਾਰਜ ਡੈਂਸਿਟੀ। 3 ਡਾਇਮੈਂਸ਼ਨ ਮੀਨਸ ਵੋਲਿਊਮ ਚਾਰਜ ਡੈਂਸਿਟੀ। ਜਦੋਂ ਅਸੀਂ ਗੱਲ ਕਰਦੇ ਹਾਂ ਲੀਨੀਅਰ ਚਾਰਜ ਡੈਂਸਿਟੀ ਦੀ ਤਾਂ ਅਸੀਂ ਗੱਲ ਕਰਦੇ ਹਾਂ ਚਾਰਜ ਪਰ ਯੂਨਿਟ ਲੈਂਥ ਮੀਨਸ ਇੱਕ ਸਟ੍ਰੇਟ ਲੈਂਥ ਲੈ ਲਈ, ਵਾਇਰ ਲੈ ਲਈ, ਇਹਦੇ ਵਿੱਚ ਜੋ ਚਾਰਜ ਡਿਸਟਰੀਬਿਊਟ ਹੋਇਆ ਵਾ ਇੱਕ ਲੈਂਥ ਦੇ ਅਕਰੋਸ ਕਿੰਨਾ ਚਾਰਜ ਡਿਸਟਰੀਬਿਊਟ ਹੋਇਆ। ਸਪੋਜ਼ ਕਰ ਲਿਆ ਕਿ ਅਸੀਂ ਕਿਊ ਚਾਰਜ ਡਿਸਟਰੀਬਿਊਟ ਹੋਇਆ ਔਰ ਇਹਦੀ ਲੈਂਥ ਅਸੀਂ ਲੈ ਲਈ L। ਤਾਂ ਲੀਨੀਅਰ ਚਾਰਜ ਡੈਂਸਿਟੀ ਨੂੰ ਅਸੀਂ ਰਿਪਰਜੈਂਟ ਲੈਮਡਾ ਸਿੰਬਲ ਨਾਲ। ਤਾਂ ਇਹ ਲੈਮਡਾ ਕੀ ਹੋਊਗਾ, ਚਾਰਜ ਕਿੰਨਾ ਚਾਰਜ ਹੈ ਕਿਊ, ਲੈਂਥ ਕਿੰਨੀ ਹੈ L, ਕਿਊ ਅਪੋਨ ਲੈਂਥ। ਚਾਰਜ ਦੇ ਯੂਨਿਟ ਕੀ ਹੁੰਦੇ ਆ, ਕੂਲਮ, ਲੈਂਥ ਦੇ ਮੀਟਰ। ਤਾਂ ਇਹਦੇ ਲੈਮਡਾ ਦੇ ਯੂਨਿਟ ਕੀ ਹੋ ਗਏ, ਕੂਲਮ ਪਰ ਮੀਟਰ। ਅਗਰ ਅਸੀਂ ਇਹੀ ਚਾਰਜ ਡੈਂਸਿਟੀ ਇੱਕ ਰਿੰਗ ਦੇ ਅਕਰੋਸ ਕੈਲਕੂਲੇਟ ਕਰਨੀ ਹੋਵੇ, ਰਿੰਗ ਦੇ ਲਈ ਲੈਂਥ ਕੀ ਹੋਏਗੀ, 2πr ਯਾਨੀ ਸਰਕਮਫੇਰੈਂਸ, then lambda is equals to Q over 2πr। ਯੂਨਿਟਸ ਸੇਮ ਹੋਣਗੇ, ਕੂਲਮ ਪਰ ਮੀਟਰ। ਹੁਣ ਅਸੀਂ ਨੈਕਸਟ ਕੈਲਕੂਲੇਟ ਕਰਦੇ ਹਾਂ ਸਰਫੇਸ ਚਾਰਜ ਡੈਂਸਿਟੀ। ਸਰਫੇਸ ਚਾਰਜ ਲਈ ਅਸੀਂ ਕੋਈ ਸਰਫੇਸ ਅਜ਼ਿਊਮ ਕਰ ਲਈ, ਦਾ ਚਾਰਜ ਸਪੋਜ਼ ਕਿਊ ਹੈ, ਏਰੀਆ A ਆ। ਤਾਂ ਇਹਦੇ ਵਿੱਚ ਕੀ ਹੋਏਗਾ, ਚਾਰਜ ਡੈਫੀਨੇਸ਼ਨ ਕੀ ਬਣ ਜਾਏਗੀ, ਚਾਰਜ ਪਰ ਯੂਨਿਟ
डायमेंशन सी डायमेंशन की जगह ते एरिया, इनू सिंबल नाल रिप्रजेंट करते हैं, इस सिंबल नू बोलते हैं सिग्मा। किहदे इक्वल होएगा, चार्ज क्या हुआ, एरिया ए है। नैक्सट आंदा है वॉल्यूम चार्ज डेंसिटी। वॉल्यूम के लिए असी कोई फिगर ले ली 3 डायमेंशनल, ਇਹਦਾ चार्ज सपोज कर लिया क्या हुआ, ਇਹਦਾ वॉल्यूम V है। तो चार्ज डेंसिटी की डेफिनेशन की होएगी, चार्ज पर यूनिट वॉल्यूम की हुंदा है, ਅਸੀਂ ਇਹਨੂੰ रो ਨਾਲ रिप्रजेंट करते हैं। क्यू चार्ज है, वॉल्यूम V है, ਇਹਦੇ यूनिट्स की होंगे कूलम पर मीटर क्यूब, क्योंकि चार्ज के यूनिट कूलम, वॉल्यूम के मीटर क्यूब, कूलम पर मीटर क्यूब। उदा ही सरफेस चार्ज डेंसिटी के यूनिट की होने सी कूलम पर मीटर स्क्वेयर, क्योंकि कूलम की यूनिट है चार्ज दे, मीटर स्क्वेयर एरिया दे, तो कूलम पर मीटर स्क्वेयर। अगर असी यही वाला लीनियर चार्ज डेंसिटी लिए असी एक स्ट्रेट कंडक्टर लैता सीगा, असी ये की करिए कि एक पॉइंट चार्ज मान लीए कि असी थोड़ा पोर्शन अज्यूम कर लें, इन्ना पोर्शन मान लिया, तो इस पोर्शन की लेंथ असी DL ले लें। इस पोर्शन ਦੇ ਉੱਤੇ चार्ज असी मान लें कि DQ आ, तो फिर जी लीनियर चार्ज डेंसिटी साढ़े को लैमडा सी क्यू अपॉन LO की होएगी, लैमडा इज़ इक्वल्स टू DQ चार्ज है, लेंथ है DL, तो DQ इज़ इक्वल्स टू लैमडा इंटू DL। तो इत्थे देखो कि जो आ सरफेस लैती आ, ये अंदर जे मैं स्मॉल पोर्शन मान ला, इस एरिया D ए, चार्ज DQ, दैन साढ़े कोल जो आ सिग्मा वो की बन जाएगा DQ ओवर DA। तो DQ नू असी किवें कैलकुलेट कर सकते हैं, सिग्मा इंटू DA। ठीक है जी, इदा ही हुण सर क्यूब है, ये अंदर एक छोटा मान लें कि जिहदा असी वॉल्यूम अज्यूम करते हैं, तो वॉल्यूम DV लै लें, चार्ज DQ लै लें, तो रो की हो जाएगी DQ ओवर DV, DQ इज़ इक्वल्स टू रो इंटू DV। नैक्सट है कि असी कैलकुलेट करना है कि फोर्स ड्यू टू कॉन्टीन्यूअस डिस्ट्रीब्यूशन ऑफ चार्ज। सानू ये तो पता है कि असी चार्ज हुंदा पार्टिकल्स दो, तो फिर असी उन्हां दे विच फोर्स कैलकुलेट करते हैं। जब भी असी चार्ज पार्टिकल विच फोर्स कैलकुलेट करनी है, तो असी इलैक्ट्रोस्टैटिक फोर्स की गल करनी है। तो की रिलेशन है 1/4 पाई एप्सिलॉन नॉट प्रोडक्ट ऑफ चार्जिस स्केयर ऑफ डिस्टेंस इन मैगनीट्यूड होगा। अगर जदों असी डायरैक्शन की गल करते हैं, तो F उपर वैक्टर 1/4 पाई एप्सिलॉन नॉट एज इट इज़। जद असी वैक्टर पाता, तो इधरली साइड साढ़े कोल की पै जाना, यूनिट वैक्टर। तो हुण इत्थे देखो असी चार्ज डिस्ट्रीब्यूशन कॉन्टीन्यूअसली चार्ज डिस्ट्रीब्यूशन लै रहे हैं कि असी स्ट्रेट कंडक्टर मान लिया या लेंथ मान ली वायर की, जिहदे उत्ते चार्ज है प्लस क्यू, असी बाहर कोई एक चार्ज मान लिया क्यू नॉट चार्ज उत्ते कितनी फोर्स लग रही है इस चार्ज करके असी वो कैलकुलेट करनी है। तो इस डायरैक्शन दोनों सेम चार्जिज है, भी प्लस वाला चार्ज है, तो लाइक चार्जिस तो रिपेल करते हैं, फोर्स इवली डायरैक्शन च लगेगी। हुण असी इहदा स्मॉल पोर्शन मान लैंदे आ कि इन टोटल पोर्शन की लेंथ असी L मान ली, टोटल चार्ज क्यू आ इस कंडक्टर के उपर, तो इन्ना पोर्शन जो लैता है यदी लेंथ असी DL लै लैंदे आ, चार्ज DQ, तो फोर्स इस डायरैक्शन च लगेगी। तो ये असी जदों रिलेशन लिखना F इज़ इक्वल्स टू 1/4 पाई एप्सिलॉन नॉट, चार्जिस की है DQ चार्ज है, दूसरे वाला Q नॉट है, ओवर डिस्टेंस की है R द स्क्वेयर इंटू R द यूनिट वैक्टर। यूनिट वैक्टर मीनस असी इन्हां दोनों दे विच डिस्टेंस मान लिया कि R है। अगर इन्हां दोनों चार्जिस विच डिस्टेंस R है, तो साडे कोल इत्थे R द स्क्वेयर, इत्थे यूनिट वैक्टर R आ गया। जद असी इहदे विच पोजीशन वैक्टर दी टर्म्स विच कैलकुलेट करना होवे, तो असी इत्थों पोजीशन वैक्टर मान लिए सपोज टू बी R लै लिया, इहदा पोजीशन वैक्टर R डैश लै लिया। जद भी असी इत्थे फिर वैक्टर पावांगे, जद भी असी इत्थे पोजीशन वैक्टर दी टर्म्स विच रिप्रजेंट करना है, तो पहला उस तो पहला देखो जो यूनिट वैक्टर होंदी ओहदी डेफिनेशन अप्लाई करो, वैक्टर डिवाइड बाय इट्स मैगनीट्यूड।
1/4πε0 डी क्यू नॉट ओवर नीचे आर इंटू आर क्यूब उपर आर वैक्टर। ਹੁਣ ਅਸੀਂ ਇੱਥੋਂ ਆਰ ਵੈਕਟਰ ਦੀ ਵੈਲਿਊ ਕੱਢਾਂਗੇ ਇਨ ਟਰਮਸ ਆਫ ਪੋਜੀਸ਼ਨ ਵੈਕਟਰ ਰਿਪਰੈਜ਼ੈਂਟ ਕਰਨ ਦੇ ਲਈ। ਟ੍ਰਾਇੰਗਲ ਆਫ ਵੈਕਟਰ ਐਡੀਸ਼ਨ ਅਪਲਾਈ ਕਰੋ। ਦੇਖੋ ਕਿੱਦਾਂ ਇੱਕ ਇੱਧਰ ਵਾਲੀ ਡਾਇਰੈਕਸ਼ਨ 'ਚ ਜਾ ਰਿਹਾ, ਦੂਸਰਾ ਆਰ ਡਾਇਰੈਕਸ਼ਨ ਦੇ ਵਿੱਚ। ਇੱਥੇ ਕਿਊ ਨੋਟ ਚਾਰਜ ਹੈ, ਇੱਥੇ ਡੀ ਕਿਊ ਚਾਰਜ ਹੈ। ਇਹ ਕੀ ਆ ਆਰ ਡੈਸ਼ ਅਤੇ ਆ ਆਰ, ਇਹਨਾਂ ਦੋਨਾਂ ਦੇ ਵਿੱਚ ਫੋਰਸ ਇਵਲੀ ਡਾਇਰੈਕਸ਼ਨ 'ਚ ਲੱਗ ਰਹੀ ਹੈ। ਕੀ ਹੈ ਡਿਸਟੈਂਸ ਆਰ। ਤਾਂ ਟ੍ਰਾਇੰਗਲ ਆਫ ਵੈਕਟਰ ਐਡੀਸ਼ਨ ਦੋਨੋਂ ਸੇਮ डायरेक्शन वाले ऐड प्लस आर इज इक्वल्स टू आर वैक्टर। हुण देखो इत्थे आर की है जस्ट मैगनीट्यूड आ, तो मैगनीट्यूड नूं असीं इत्थों कढ असीं यूनिट वैक्टर की डेफिनेशन की कीती है वैक्टर डिवाइड बाय इट्स मैगनीट्यूड। अगर मैं मैगनीट्यूड की वैल्यू कढनी होवे इन टर्म्स ऑफ वैक्टर तो की आएगी आर इज इक्वल्स टू इधरली साइड ते यूनिट वैक्टर साडे कोल आर कैप होएगा। तो असीं वैक्टर की जदों वैल्यू कढनी होवे आर वैक्टर की वैल्यू कढी है आर कैप इंटू आर द मैगनीट्यूड। हुण इधर देखो आर कैप आर ये वाली डायरेक्शन दे विच मैगनीट्यूड आर दोनों नूं इकट्ठा कर देंगे। दैन साडे कोल इधरली डायरेक्शन च वैक्टर की हो गया आर वैक्टर की वैल्यू। तो इत्थे आर वैक्टर की जगह ते मैं इत्थे लिख दूँगी आर इंटू आर द मैगनीट्यूड। तो इत्थों असीं इहदी वैल्यू कढदे हां आर कैप इंटू आर द मैगनीट्यूड आर वैक्टर माइनस आर डैश। ठीक है जी। तो इत्थे पुट करो 1/4πε0 डी क्यू इंटू क्यू नॉट ओवर आर वैक्टर माइनस आर डैश मैगनीट्यूड। इत्थे जदों देखो इधर वाली डायरेक्शन च असीं चार्ज की लै रहे हैं डी क्यू चार्ज लै रहे हैं, फोर्स भी की होएगी डी एफ होएगी। तो सेम वे दे नाल इत्थे आपां डी क्यू चार्ज लैता तो इत्थे साडे कोल फोर्स भी की आनी है डी एफ। जदों असीं डी एफ फोर्स कढ रहे हैं, जदों असीं होल कढनी होवे टोटल कढनी होवे टोटल चार्ज करके इत्थे टोटल चार्ज क्यू करके कितनी फोर्स लगती पई है तो असीं इत्थे इंटीग्रेशन का साइन अप्लाई करांगे क्योंकि असीं डी रिमूव करनी है। डी मतलब हुंदा डिफरेंशिएशन का साइन मतलब डिस्क्रीट अलग अलग छोटे पोर्शनस लई कढ रहे हैं तो असीं डी लगा देने। अगर असीं रिमूव करना तो असीं इंटीग्रेशन करांगे तो इत्थे टोटल फोर्स आ जाएगी 1/4πε0 कॉन्सटेंट है। इत्थे क्यू नॉट चार्ज की वैल्यू भी फिक्सड होएगी, ये भी बाहर आ गई इंटीग्रेशन तो इंटीग्रेशन का तुहानूं पता है कि वेरीएबल टर्म्स का हुंदा तो बाकी टर्म्स असी इंटीग्रेशन दे अंदर लिख लिया। ये साडे कोल हैगा लीनियर चार्ज डिस्ट्रीब्यूशन। अगर लीनियर चार्ज डिस्ट्रीब्यूशन हुंदा तो फिर साडे कोले डी क्यू की वैल्यू की है लैमडा इंटू डी एल। तो असीं इत्थे पुट कर देंगे एफ इज इक्वल्स टू 1/4πε0 क्यू नॉट इंटीग्रेशन दे विच लैमडा इंटू डी एल। डी क्यू की वैल्यू पुट कर दी आर द क्यूब वैक्टर फॉर्म। नैक्सट है साडे कोल फोर्स फॉर सरफेस डिस्ट्रीब्यूशन ऑफ चार्ज। तो असीं एक सरफेस मान ली सरफेस का एरिया ए है चार्ज क्यू आ तो अगर असीं स्मॉल पोर्शन का चार्ज डी क्यू लै लांगे उहदा एरिया डी ए लै लांगे। आ पॉइंट चार्ज इत्थे असीं कोई मान लैने डी क्यू नॉट चार्ज आ तो इन्हां दोनों दे विच असीं की कढनी आ फोर्स इस डायरेक्शन च जाएगी। डी एफ फोर्स लै लैने क्योंकि असीं स्मॉल चार्ज डी क्यू लई कढ रहे हैं तो इत्थों इहदा पोजीशन वैक्टर मान लैने आर डैश तो इहदा मान लैने आर। सेम वे दे नाल फोर्स कैलकुलेट करांगे डी एफ फोर्स 1/4πε0 क्यू नॉट डी क्यू चार्ज ओवर आर माइनस आर डैश द क्यूब आर वैक्टर माइनस आर डैश वैक्टर। हुण अगर असी होल कढना सी तां असी इंटीग्रेशन करनी सी डी एफ इंटीग्रेशन इत्थे इंटीग्रेशन का साइन अप्लाई कर दो। डी एफ की इंटीग्रेशन किहदे इक्वल होएगी एफ वैक्टर किहदे इक्वल है 1/4πε0 सेम कॉन्सटेंट है बाहर आ जाएगा क्यू नॉट कॉन्सटेंट वैल्यू इंटीग्रेशन तो बाहर निकालती डी क्यू आर माइनस आर वैक्टर का क्यूब आर माइनस आर वैक्टर। जदों असी डी क्यू दे हुण इत्थे सरफेस चार्ज आ तो असी कड्ढी है डी क्यू इज इक्वल्स टू सिग्मा इंटू डी ए। दैन इत्थे पुट करो
F इज इक्वल्स टू 1/4 पाई एप्सिलॉन नॉट Q नॉट सिग्मा dA ओवर R माइनस डैश द क्यूब R माइनस R डैश। ठीक है जी। बट नेक्स्ट हैगा ਨੈਕਸਟ ਹੈ ਫੋਰਸ ਫॉर ਵੋਲਿਊਮ ਡਿਸਟਰੀਬਿਊਸ਼ਨ ਆਫ ਚਾਰਜ। ਅਸੀਂ 3 ਡਾਇਮੈਂਸ਼ਨਲ ਫਿਗਰ ਲੈ ਲਈ, ਇਹਦਾ ਵੋਲਿਊਮ V ਹੈ, ਚਾਰਜ Q ਡਿਸਟਰੀਬਿਊਟ ਹੋਇਆ, ਸਮॉल ਪੋਰਸ਼ਨ ਲੈ ਲਿਆ, DQ ਚਾਰਜ ਹੈ, ਵੋਲਿਊਮ ਕੀ ਹੈ DV। ਤਾਂ ਅਸੀਂ ਇੱਥੇ Q ਨੋਟ ਚਾਰਜ ਮੰਨਿਆ ਜਿਹਦੇ ਉੱਤੇ ਅਸੀਂ ਚਾਰਜ ਦਾ ਇਫੈਕਟ ਕੱਢਣਾ, ਤਾਂ ਉਹਦੇ ਲਈ ਅਸੀਂ ਫਿਰ ਫੋਰਸ ਲਵਾਂਗੇ। ਹੁਣ ਸੇਮ ਵੇ ਦੇ ਨਾਲ ਇਹਦਾ ਪੋਜੀਸ਼ਨ ਵੈਕਟਰ R ਡੈਸ਼, ਇਹਦਾ R, ਇਹਨਾਂ ਦੋਨਾਂ ਦੇ ਵਿੱਚ ਡਿਸਟੈਂਸ R ਹੈ। ਤਾਂ F ਵੈਕਟਰ ਫਾਰਮ ਕੀ DF ਸਮॉल ਫੋਰਸ ਲੱਗੇਗੀ DF ਇਸ ਡਾਇਰੈਕਸ਼ਨ ਦੇ ਵਿੱਚ ਇਜ਼ ਇਕੁਅਲਸ ਟੂ 1/4 ਪਾਈ ਐਪਸਾਈਲਨ ਨੋਟ Q ਨੋਟ DQ ओवर R vector माइनस R vector द क्यूब मैग्नीट्यूड ऊपर वैक्टर फॉर्म। हुन फिर इंटीग्रेशन अप्लाई किया 1/4 पाई एप्सिलॉन नॉट Q नॉट DQ R डैश द क्यूब इन मैग्नीट्यूड ऊपर है वैक्टर फॉर्म। हुन साडे को लेके वॉल्यूम लिए डिस्ट्रीब्यूशन चार्ज DQ इज इक्वल्स टू रो DV। नाउ पुट हियर 4 पाई एप्सिलॉन नॉट Q नॉट रो DV ये सीगा चार्ज डिस्ट्रीब्यूशन, कॉन्टीन्यूसली डिस्ट्रीब्यूशन ऑफ चार्ज करके। थैंक यू।